अस्सलाम वालेकुम एवरीवन। ते अज से गल करन जा रहे हैं कि ਜਿਹੜੀ ਮੇਰੇ ਹਮ ਉਮਰ ਲੜਕੇ ਆ ਜਾਂ ਮਿਸਾਲ ਤੌਰ ਤੇ ਮੇਰੇ ਤੋਂ ਕੁਝ ਚੰਦ ਕੁ ਸਾਲ ਬੜੇ ਲੜਕੇ ਆ ਉਹ ਦੂਸਰੀ ਕੰਟਰੀਜ਼ ਨੂੰ ਫੋਕਸ ਕਿਉਂ ਕਰ ਰਹੇ ਆ, ਜਿਸ ਤਰ੍ਹਾਂ ਕਿ ਕੋਈ ਯੂਕੇ ਜਾਣਾ ਚਾਹ ਰਿਹਾ ਹੈ, ਕੋਈ ਆਸਟ੍ਰੇਲੀਆ ਜਾਣਾ ਚਾਹ ਰਿਹਾ ਆ ਤੇ ਸਾਰੇ ਬਾਹਰ ਹੀ ਕਿਉਂ ਜਾਣਾ ਚਾਹ ਰਿਹਾ। ਪਾਕਿਸਤਾਨ ਦੇ ਵਿੱਚ ਕੀ ਮਸਲਾ ਮਸਾਇਲ ਆ, ਅੱਜ ਅਸੀਂ ਇਸ ਗੱਲ ਨੂੰ ਡਿਸਕਸ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਹੈ ਜੋ ਇਹ ਆ ਕਿ ਸਾਡੇ ਮੁਲਕ ਦੇ ਵਿੱਚ ਰੋਜ਼ਗਾਰ ਹੈ ਨਹੀਂ, ਨੌਕਰੀਆਂ ਹੈ ਨਹੀਂ। ਸਾਡੇ ਮੁਲਕ ਦੇ ਜਿਹੜੇ ਜ਼ਿਆਦਾਤਰ ਆਵਾਮ ਆ ਉਹ ਮਿਸਾਲ ਤੌਰ ਤੇ ਕਹ ਲਓ ਕੋਈ ਲੈਂਡਲੋਰਡ ਨਹੀਂ ਆ, ਵਿਚਾਰੇ ਜੋਬ ਪਰਸਨਸ ਆ। ਠੀਕ ਹੈ, ਜਿਸ ਟਾਈਮ ਉਹ ਡਿਗਰੀਆਂ ਪਹਿਲੇ ਲੱਖਾਂ ਰੁਪਏ ਲਾ ਕੇ ਡਿਗਰੀਆਂ ਲੈਂਦੇ ਆ, ਡਿਗਰੀਆਂ ਲੈ ਕੇ ਤੇ ਜਿਸ ਟਾਈਮ ਵਿਚਾਰੇ ਬਾਹਰ ਨਿਕਲਦੇ ਆ ਆਪਣੀ ਫੀਲਡ ਵਿੱਚ ਜਾ ਕੇ ਦੇਖਦੇ ਤੇ ਸਾਡਾ ਕੰਪੀਟੀਸ਼ਨ ਹੀ ਬਹੁਤ ਆ। ਕੰਪੀਟੀਸ਼ਨ ਕਿਸ ਤਰ੍ਹਾਂ ਜੀ ਕਿ ਮਿਸਾਲ ਤੌਰ ਤੇ ਪਤਾ BS ਕਰਕੇ ਨਿਕਲਿਆ, ਲੱਖਾਂ ਰੁਪਏ ਲਾ ਕੇ ਆਪਣੀ ਡਿਗਰੀ ਤੇ ਫੀਲਡ 'ਚ ਜਾਂਦਾ ਤਾਂ ਉਹਨੂੰ ਪਤਾ ਲੱਗਦਾ ਕਿ ਮੇਰੀ ਫੀਲਡ ਦੇ ਵਿੱਚ ਮੇਰੇ ਤੋਂ ਪਹਿਲੇ ਆਲਰੇਡੀ 809 MPhil ਬੈਠੇ ਹੋਏ ਆ ਜੋ ਕਿ ਜੋਬ ਲੱਭਣ ਦੇ ਆ ਜੀ। ਇੰਟਰਵਿਊ ਦੇਣ ਜਾਂਦਾ ਹੈ ਜੀ, ਇੱਕ ਨਾ ਜੀ ਮਿਸਾਲ ਦੇ ਤੌਰ ਤੇ ਕਹ ਲਓ ਕਿ ਉਹ ਇੱਕ 2-4 BS ਵਾਲੇ ਹੁੰਦੇ ਤੇ 8-9 ਵਿੱਚ MPhil ਵਾਲੇ ਹੁੰਦੇ ਆ। ਡਿਗਰੀਆਂ ਤਾਂ ਪਹਿਲੇ ਲੱਖਾਂ ਰੁਪਏ ਵਿਚਾਰੇ ਲਾਉਂਦੇ, ਫਿਰ ਬਾਅਦ ਨੌਕਰੀਆਂ ਲੱਭਦੀਆਂ। ਨੰਬਰ 1 ਇਹ ਸਾਡੇ ਪਾਕਿਸਤਾਨ ਵਿੱਚ ਬਹੁਤ ਵੱਡੀ ਵਜ੍ਹਾ ਬਣਦੀ ਜਾ ਰਹੀ ਆ ਕਿ ਜਿਹੜੇ ਸਾਡੇ ਨੌਜਵਾਨ ਆਪਣੇ ਮੁਲਕ ਨੂੰ ਛੱਡ ਕੇ ਬਾਹਰ ਜਾਣਾ ਚਾਹ ਰਹੇ ਆ। ਨੰਬਰ 2 ਤੇ ਜਿਹੜੇ ਵਿਚਾਰਿਆਂ ਨੂੰ ਨੌਕਰੀਆਂ ਲੱਭਦੀਆਂ ਆ, ਗਵਰਨਮੈਂਟ ਲੱਭਦੀਆਂ ਨਹੀਂ ਪਈਆਂ, ਗਵਰਨਮੈਂਟ ਆਉਂਦੀਆਂ ਨਹੀਂ ਪਈਆਂ। ਮਿਸਾਲ ਦੇ ਤੌਰ ਤੇ ਅਗਰ ਗਵਰਨਮੈਂਟ ਨਹੀਂ ਆਉਂਦੀਆਂ ਪਈ, ਪਿੱਛੇ ਰਹਿ ਗਏ ਪ੍ਰਾਈਵੇਟ, ਤੇ ਪ੍ਰਾਈਵੇਟ ਦੇ ਵਿੱਚ ਤੁਹਾਨੂੰ ਪਤਾ ਤਨਖਾਹਾਂ ਦਾ ਹਿਸਾਬ ਕੀ ਹੁੰਦਾ ਆ। ਪ੍ਰਾਈਵੇਟ ਦੇ ਵਿੱਚ ਤਨਖਾਹਾਂ ਤਾਂ ਹੁੰਦੀਆਂ ਆ ਕਿ ਨਾਮ ਹੁੰਦਾ ਸਿਰਫ ਤਨਖਾਹ ਦਾ ਨਾ। ਗਵਰਨਮੈਂਟ ਦੇ ਵਿੱਚ ਚਲੋ ਅੱਛੀ ਸੈਲਰੀ ਹੁੰਦੀ ਹੈ, ਇਸ ਗੱਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਲੇਕਿਨ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਹਾਨੂੰ ਤਨਖਾਹ ਦਿੱਤੀ ਜਾਂਦੀ ਸਿਰਫ ਨਾਮ ਦੀ। ਅੱਛਾ ਜੀ, ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਮਸਲਾ ਆ ਸਾਡੇ ਜਿਹੜੇ ਮਤਲਬ ਕਿ ਸਾਡੀ ਆਵਾਮ ਫੋਕਸ ਕਰਨ ਰਹੀ ਆ, ਹੁਣ ਪਹਿਲੇ ਨਹੀਂ ਸੀ ਕਰਦੀ ਲੇਕਿਨ ਹੁਣ ਕਰ ਰਹੀ ਆ, ਉਹ ਆ ਐਜੂਕੇਸ਼ਨ ਸਿਸਟਮ। ਸਾਡਾ ਐਜੂਕੇਸ਼ਨ ਸਿਸਟਮ ਕਹ ਲਓ ਕਿ ਅੱਲਾ ਦੇ ਹਵਾਲੇ ਆ, ਅੱਲਾ ਜ਼ਾਦੇ ਨੂੰ ਚਲਾਈ ਜਾ। ਕਿਉਂ ਗੱਲ ਕੀਤੀ ਜਾ ਰਹੀ ਅੱਜ ਐਜੂਕੇਸ਼ਨ ਸਿਸਟਮ ਦੇ ਉੱਤੇ ਇੰਨੀ ਦਬਾਅ ਕੇ? ਪਾਕਿਸਤਾਨ ਦੇ ਵਿੱਚ ਰਹਿ ਕੇ ਅਗਰ ਤੁਸੀਂ ਇਹ ਦੇਖਣਾ ਜੀ ਕਿ ਬੱਚਾ ਲੈ ਕੇ ਨਾ ਲੈ ਕੇ ਸਾਡੇ ਪਤਾ ਕੀ ਕਿਹਾ ਜਾਂਦਾ ਹੈ, ਬੇਟਾ ਨੰਬਰ ਕਿਤਨੇ ਦੇ ਆਪਕੇ 9th में 10th में, ਨੰਬਰ ਪੁੱਛਣ ਲੱਗ ਪੈਣਗੇ। तो उन नंबर ਉਹਦੀ ਆਮ ਜ਼ਿੰਦਗੀ ਨਾਲ ਕੋਈ ਦੂਰ ਦੂਰ ਤੱਕ ਤਾਲੁਕ ਹੀ ਨਹੀਂ ਹੈ। ਕੈਮਿਸਟਰੀ ਰੋਜ਼ ਨਹੀਂ ਪੜਦਾ ਪਿਆ, ਫਿਜ਼ਿਕਸ ਰੋਜ਼ ਨਹੀਂ ਤੌਰ ਤੋਂ ਦੀ ਜ਼ਿੰਦਗੀ 'ਚ ਕੰਮ ਆ ਰਹੀ। ਸਾਇਨ ਥੀਟਾ ਕੋਸ ਥੀਟਾ ਕਿੱਥੇ ਗਿਆ ਥੀਟਾ ਦਿਖਾਓ ਮੈਨੂੰ। ਮਿਸਾਲ ਤੌਰ ਤੇ ਹੁਣ ਜਿਹੜੇ BS ਕਰਕੇ ਵਿਚਾਰੇ ਪੱਠੇ ਵੱਢਣ ਰਹੇ ਆ, ਸਾਇਨ ਥੀਟਾ ਤੇ ਕੋਸ ਥੀਟਾ ਪੱਠੇ ਵੱਢਦੇ ਆ, ਉਹ 10 ਦਿਨ ਪੱਠੇ ਵੱਢਣ ਆ ਇਸ ਵਿਚਾਰੇ। ਠੀਕ ਹੈ, ਇਹ ਹੈ ਜੀ ਤੁਹਾਡੇ ਮੁਲਕ ਦੇ ਪੜ੍ਹਾਈ ਦੇ ਹਾਲਾਤ। ਅਰੇ ਸਾਇਨ ਥੀਟਾ ਕੋਸ ਥੀਟਾ ਦੀ ਗੱਲ ਤਾਂ ਕਰਨ ਦਿਆ ਬਾਈ ਜਾਨ ਕਿ ਇਹ ਉਸ ਕੰਟਰੀ ਵਿੱਚ ਪੜਾਇਆ ਜਾਵੇ ਜਿੱਥੇ ਨਾ ਇਸ ਚੀਜ਼ ਦੀ ਕੰਮ ਵੀ ਆਉਂਦਾ ਹੈ। ਸਾਡੇ ਮਿਸਾਲ ਤੋਂ ਸਾਇਨ ਥੀਟਾ ਕੋਸ ਥੀਟਾ पढ़ा के बाद कहते वड़ ला पट्ठे, असं नौकरी नहीं देनी, नौकरी है ही नहीं बेटा आपके लिए। तो बेटा वो तो हमारे कोई अजीज अकारब के बेटे थे, उनको नौकरी दे दी हमने। ਇੱਥੇ ਇਹ ਗੱਲ ਸਲਾਹ ਦਿੱਤੀ ਜਾਂਦੀ ਹੈ, ਸਿਫਾਰਿਸ਼ ਨੌਕਰੀਆਂ ਲੱਭਦੀਆਂ ਹੈ। ਠੀਕ ਹੈ, ਉਸ ਤੋਂ ਬਾਅਦ ਤਨਖਾਹਾਂ ਘੱਟ ਹੁੰਦੀਆਂ ਹੈ। ਠੀਕ ਹੈ, ਦੋ ਗੱਲਾਂ ਹੋਈਆਂ। ਨੰਬਰ 3 ਤੇ ਤਲੀਮੀ ਸਿਸਟਮ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਉਹਦਾ ਪ੍ਰੋਗਰਾਮ ਤੇ ਵੜ ਗਿਆ ਆ, ਉਹਦਾ ਅੱਲਾ ਹੀ ਹਾਫਿਜ਼ ਆ। ਠੀਕ ਹੈ ਨਾ, ਇੱਕ ਕਨਸੈਪਟ ਦਾ ਨਾਲ ਸਾਡੇ ਕੋਲ ਚੀਜ਼ ਨਹੀਂ ਹੁੰਦੀ, ਰੱਟਾ ਸਾਡੇ ਜ਼ਿੰਦਾਬਾਦ ਆ। ਅਸੀਂ ਪੜ੍ਹੀ ਜਾ ਰਹੇ ਹਾਂ, ਕਲਾਸਾਂ ਕਰੀ ਜਾ ਰਹੇ ਹਾਂ, ਤੇ ਬਸ ਜੀ ਫਿਰ ਅੱਗੇ ਅਸੀਂ ਨਿਕਲ ਕੇ ਕਹੀ ਤੁਹਾਨੂੰ ਨੌਕਰੀ ਦੇ ਦਿਓ, ਪੱਲੇ ਸਾਡੇ ਕੁਛ ਹੁੰਦਾ ਨਹੀਂ ਹੈ। ਜਿਹੜਾ ਬੰਦੇ ਦੇ ਪੱਲੇ ਹੁਣ ਕੁਛ ਹੁੰਦਾ, ਹੁਣ ਐਸੇ ਗੱਲ ਤੇ ਆ ਜੀ। ਨੰਬਰ 4 ਪੁਆਇੰਟ ਮੇਰਾ ਬੜਾ ਅਹਿਮ ਪੁਆਇੰਟ ਆ, ਜਿਹੜੇ ਬੰਦਿਆਂ ਨੇ ਆਪਣੀ ਡਿਗਰੀ ਦੇ ਸਕਿੱਲ ਲੈ ਲਈ, ਹੁਣ ਸਕਿੱਲ ਤੇ ਲੈ ਲਈ ਵਿਚਾਰਿਆਂ ਨੇ, ਪਰ ਜਿਸ ਤੇ ਫਿਰ ਤੋਂ ਅੱਗੇ ਜਾਂਦੇ ਨਾ ਸਾਲ ਤੋਂ ਆਪਣੀ ਫੀਲਡ ਦੇ ਵਿੱਚ, ਉਹਨੂੰ ਪਤਾ ਕੀ ਕਿਹਾ ਜਾਂਦਾ ਆ, ਉਹਨੇ साल और लाख रुपए डिग्री के बाद किया जाता है, बेटा हम ना आपको 60,000 की जॉब ऑफर कर देते हैं, हम यहाँ से स्टार्ट कर लें। बंदे स्टार्ट भी कर लेते हैं, बाद फिर डॉलर शुरू कर देंगे कंपनियां। ठीक है, ये करें वो करें, काम कम ज़्यादा कराना लग पैणगे, मैंटली प्रेशराइज करना लग पैणगे। एट जो बंदा यार कहता कि मैं की कमा रहा है तो कितना प्रेशर है मेरे, वक्त तक यार बंदा हार जाता है। जिस बंदे को स्किल है वो भी बाहर जा रहा भाई, क्यों? जिस बंदे को स्किल है भाई वो बाहर जा रहा है, किसी होर दा नुकसान नहीं, साडे मुल्क दा नुकसान है, साडी मुआशरे नूं डैमेज है। ਸਾਡੇ ਮੁਲਕ ਦਾ ਫਿਊਚਰ ਹੈ ਨਾ, ਉਹ ਆਪਣਾ ਫਿਊਚਰ ਬਣਾ ਲਈ ਬਾਹਰ ਜਾ ਰਿਹਾ ਹੈ। ਠੀਕ ਹੈ ਨਾ, ਸਾਡੇ ਮੁਲਕ ਦੇ ਹਾਲਾਤ ਹੋਏ ਪਏ ਆ ਜੀ ਇਹ। ਤੇ ਬਰਾਏ ਮਿਹਰਬਾਨੀ ਮੇਰੀ ਰਿਕੁਐਸਟ ਹੈ ਜੀ, ਸਾਡੇ ਜਿਹੜੇ ਇਸ ਚੀਜ਼ ਨੂੰ ਕੰਟਰੋਲ ਕਰ ਰਹੇ ਆ, ਕਿਸੇ ਰਿਕੁਐਸਟ ਹੀ ਕਰ ਸਕਦੇ ਆ ਨਾ, ਕਿਉਂਕਿ ਕਿ ਰਿਕੁਐਸਟ ਹੈ ਸਰ ਕਿ ਇਸ ਸਿਸਟਮ ਨੂੰ ਦੇਖਿਆ ਜਾਏ, ਇਸ ਸਿਸਟਮ ਨੂੰ ਕੰਟਰੋਲ ਕੀਤਾ ਜਾਏ। ਸਿਸਟਮ ਦਿਨ ਬ ਦਿਨ ਕਹਿ ਲਓ ਕਿ ਕੋਈ ਹੋਰ ਹੀ ਰਾਹ ਲੈ ਲਏਗਾ। ਪਾਕਿਸਤਾਨ ਵਿੱਚ ਚੋਰੀ ਦੀ ਸ਼ਰ੍ਹਾਂ ਵੱਧਦੀ ਪਈ ਆ, ਵਾਏ ਕਿਉਂ? ਗਲਤ ਕੰਮਾਂ ਸ਼ਰ੍ਹਾਂ ਵੱਧਦੀ ਪਈ ਆ। ਆਏ ਦਿਨ ਸੁਣੀਦਾ ਫਲਾਣੀ ਜਗ੍ਹਾ ਚੋਰੀ ਹੋ ਗਈ, ਕਿਉਂ ਹੋ ਗਈ? ਕਿਉਂਕਿ ਭਾਈਜਾਨ ਸਾਡੇ ਮੁਲਕ ਦੇ ਵਿੱਚ ਚੋਰੀਆਂ ਤਾਂ ਵੱਧ ਗਈਆਂ ਕਿਉਂਕਿ ਸਾਡੇ ਆਵਾਮ ਬੇਰੋਜ਼ਗਾਰ ਆ, ਆਵਾਮ ਨੌਕਰੀਆਂ ਲੱਭਦੀਆਂ, ਆਵਾਮ ਭੁੱਖੀ ਮਰਨ ਦੀ ਹੈ, ਤੇ ਫਿਰ ਆਵਾਮ ਨੇ ਕੀ ਕਰਨਾ ਆ ਜਾ ਕੇ? ਆਵਾਮ ਲੁੱਟਮਾਰ ਮਚਾਏਗੀ। ਤੇ ਮੇਰੀ ਗਵਰਨਮੈਂਟ ਦਾ ਕੀ ਅੱਗੇ ਵੀ ਇੱਕ ਅਪੀਲ ਆ ਕਿ ਤੁਸੀਂ ਇੱਕ ਜਸਟ ਇਮੇਜਿਨ ਕਰਕੇ ਦੇਖੇ ਸਾਡੀ ਗਵਰਨਮੈਂਟ ਜਿਹੜੇ ਅਸੀਂ ਹੈਂਡਲ ਕਰਨ ਦੇ ਆ ਕਿ 2030 ਤੱਕ ਜਿੰਨੇ ਵੀ ਸਕਿਲਡ ਪਰਸਨ ਆ ਉਹ ਦੂਸਰੀ ਕੰਟਰੀ ਵਿੱਚ ਮੂਵ ਕਰ ਜਾਂਦੇ ਆ। ਪਾਕਿਸਤਾਨ ਕੁਛ ਕੀ ਰਹਿ ਗਿਆ? ਮੇਰੇ ਵਰਗੇ ਜਿਹੜੇ ਕਿਸ ਟਾਈਮ ਕੈਮਰੇ ਤੇ ਬੈਠ ਕੇ ਪਿੱਟਣ ਨਹੀਂ ਆ ਜਾਏਗਾ ਮਿਹਰਬਾਨੀ ਕਰਕੇ, ਅਸੀਂ ਉਸ ਟਾਈਮ ਪਿੱਟ ਰਹੇ ਹੋਣਾ ਆ। मैं उस टाइम यही कह रहा होना कि फलाना जो तबका है ना उन्होंने यह मसला मसाला आ रहा है, काइंडली उस चीज़ को देख लो। तो शायद मैंने शायद यकीन है कि उस चीज़ में एक्शन नहीं लिया जाना। तो मैं आज वीडियो बना रहा हूँ इस उम्मीद से कि शायद इस वीडियो देख के तो कोई पाकिस्तान में कोई हल्का आ जाए, शायद वीडियो वायरल हो जाए, शायद इस वीडियो देख के चेंज आ जाए।
ਚੇਂਜ ਆਵੇ ਜਾਂ ਨਾ ਆਵੇ, ਮੇਰਾ ਕੰਮ ਆਪਣਾ ਕੰਮ ਕਰਨਾ, ਮੈਂ ਆਪਣਾ ਕੰਮ ਕਰਦਾ ਪਿਆ ਹਾਂ। ਮੇਰੇ ਤੋਂ ਇਸ ਕੰਮ ਦੀ ਪੁੱਛ ਹੋਣੀ ਹੈ ਕਿ ਤੇਰਾ ਕੰਮ ਸੀ ਤੂੰ ਕੀਤਾ, ਮੈਂ ਕੀਤਾ। ਤੁਹਾਡੇ ਤੋਂ ਐਸੀ ਦੀ ਪੁੱਛ ਹੋਏਗੀ ਕਿ ਜੋ ਪੈਗਾਮ, ਜੋ ਮਸਲੇ ਮਸਾਇਲ ਤੁਹਾਡੇ ਤੱਕ ਆਏ, ਤੁਸੀਂ ਉਹਦਾ ਹੱਲ ਕੀਤਾ ਜਾਂ ਨਹੀਂ ਕੀਤਾ, ਹੁਣ ਤੁਹਾਡੇ ਤੇ ਹੈ। ਤੇ ਮੈਂ ਤੁਹਾਡਾ ਦੋਸਤ ਚੌਧਰੀ ਮੁਹੰਮਦ ਵਜੀਦ ਹਸਨ ਤੁਹਾਡੇ ਕੋਲ ਲੈਣਾ ਇਜਾਜ਼ਤ, ਤੇ ਆਪਣੇ ਨੌਜਵਾਨ ਦਾ ਇੱਕ ਵਾਰੀ ਮੁਸਤਕਬਲ ਸੋਚੋ ਸਹੀ ਇੱਕ ਵਾਰੀ। ਅੱਲਾਹ ਹਾਫਿਜ਼, ਅੱਲਾਹ ਸਾਡੇ ਸਭ ਦਾ ਹਾਮੀ ਨਾਸਰ।